तू ही 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 तू ही। ਸਤ ਕਰਤਾਰ ਟੈਲੀਵਿਜ਼ਨ ਤੇ ਦਾਸ ਗੁਰਦਿਆਲ ਸਿੰਘ ਆਪ ਜੀ ਲਈ ਤੁਸੀਂ ਤੁਹਾਡਾ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਤੇ ਅਗਰ ਆਪ ਜੀ ਨੂੰ ਚੰਗਾ ਲੱਗੇ ਜ਼ਰੂਰ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਦੂਸਰਿਆਂ ਨੂੰ ਸ਼ੇਅਰ ਕਰ ਲਿਓ ਜਿੱਦਾਂ ਤੁਸੀਂ ਅੱਗੇ ਕਰਦੇ ਹੁੰਦੇ ਆ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤੁਸੀਂ ਦੇ ਵਿੱਚ ਬਹੁਤ ਸਾਰੇ ਵੀਰਾਂ ਨੇ ਇਹ ਸਵਾਲ ਪੁੱਛਿਆ, ਕਈ ਵਾਰੀ ਇਹਦੇ ਜਵਾਬ ਵੀ ਦਿੱਤੇ ਗਏ ਆ, ਪਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਉੱਤੇ ਸਪੈਸ਼ਲ ਤੌਰ 'ਤੇ ਇਹੀ ਗੱਲ ਕਰਨੀ ਆ ਕਿ ਜਿਹੜੀ 84 ਲੱਖ ਜੂਨ ਹੁੰਦੀ ਆ ਉਹ ਕੀ ਹੁੰਦੀ ਆ, ਉਹ ਕਿਹੜੀ ਜੂਨ ਹੁੰਦੀ ਆ, ਕੀ 84 ਲੱਖ ਹੀ ਹੈ ਜਾਂ ਉਦੋਂ ਵੱਧ ਘੱਟ ਹੈ, ਜਾਂ ਉਹਦੇ ਕੀ ਪ੍ਰੂਫ ਹੈਗੇ ਆ, ਜਾਂ ਬੰਦਾ ਜਿਹੜਾ ਉਹ ਕਿਹੜੇ ਪਾਸੋਂ ਕਿੱਥੇ ਕਿ ਗਿਣਿਆ ਜਾਂਦਾ, ਜਿਹੜੀ ਬੰਦੇ ਦੀ ਜੂਨ ਹੁੰਦੀ ਆ ਜਿਹੜੀ ਇਨਸਾਨ ਦੀ ਜੂਨ ਹੁੰਦੀ ਆ। ਤੇ ਇਹ ਜਦੋਂ ਬੰਦਾ ਮਰ ਜਾਂਦਾ, ਮਰਨ ਤੋਂ ਬਾਅਦ ਇਹ ਕਿਹੜੀ ਜੂਨ 'ਚ ਜਾਂਦਾ ਤੇ ਉਹਨੂੰ ਫਿਰ ਕਿੰਨੀਆਂ ਸਾਰੀਆਂ ਜੂਨਾਂ ਭੋਗਣੀਆਂ ਪੈਂਦੀਆਂ, ਜਾਂ ਉਹਦੇ ਵਿੱਚੋਂ ਅੱਧ ਵਿੱਚੋਂ ਕਿਤੇ ਉਹਨੂੰ ਮੋੜ ਲਿਆਂਦਾ ਜਾਂਦਾ, ਜਾਂ ਉਹਨੂੰ ਫਿਰ ਇਨਸਾਨ ਦੇ ਜਨਮ ਵਿੱਚ ਹੀ ਦੁਬਾਰਾ ਆਉਣਾ ਪੈਂਦਾ। ਇਸ ਤਰੀਕੇ ਦੇ ਕਈ ਤਰੀਕੇ ਬੱਚਿਆਂ ਨੇ ਜਿਹੜੇ ਆ ਸਿਆਣਿਆਂ ਨੇ ਵੀ ਇਹ ਸਵਾਲ ਕੀਤੇ ਆ। ਵੇ ਇੱਕ ਬਹੁਤ ਸਮਝਣ ਦਾ ਵਿਸ਼ਾ ਆ, ਮਤਲਬ ਉਹਦੇ ਐਂ ਖਿਲਾਰਨ ਦਾ ਵਿਸ਼ਾ ਨਹੀਂ ਗਾ। ਤੇ ਸਾਰੇ ਮੇਰੇ ਵੀਰ ਜਾਂ ਭੈਣ ਜਿਹੜੇ ਮੇਰੇ ਵੀਰ ਸੁਣਦੇ ਆ, ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਸਮਝਣ ਦੀ ਵੀ ਅਸਲ ਵਿੱਚ ਇਹ ਗੱਲ ਕੀ ਆ, ਇਹਦੇ ਵਿੱਚ ਅਸਲੀਅਤ ਕੀ ਆ ਜਾਂ ਅਸਲੀਅਤ ਨਹੀਂ ਗੀ ਹੈਗੀ। ਆਪਾਂ ਸਾਰੇ ਇਹਦੇ 'ਤੇ ਵਿਚਾਰ ਕਰਾਂਗੇ। ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਹਾਂ, ਤੇ ਅਸੀਂ ਜਿਹੜੀ ਸੇਧ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੋਂ ਲੈਂਦੇ ਹਾਂ, ਸ਼ਬਦ ਗੁਰੂ ਦੇ ਤੋਂ ਲੈਂਦੇ ਹਾਂ। ਜੋ ਵੀ ਆਪਾਂ ਵਿਚਾਰ ਕਰਨੀਆਂ ਸਾਰੀਆਂ ਉਹਦੇ ਦਿਹਾਤ 'ਤੇ ਕਰਨੀਆਂ, ਕਿਉਂਕਿ ਗੁਰਬਾਣੀ ਦੀ ਇੱਕ ਤੁਕ ਹੁੰਦੀ ਆ, ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਭਾਵ ਕਹਿੰਦਾ ਇਹ ਸਾਡੀ ਵਾਰੀ ਆ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਦੀ। ਇਹ ਇੱਕੋ ਇੱਕ ਇੱਦਾਂ ਦੀ ਵਾਰੀ ਆ ਜਿਹਦੇ ਵਿੱਚ ਅਸੀਂ ਅਕਾਲ ਪੁਰਖ ਵਾਹਿਗੁਰੂ ਜਿਹਦੇ ਨਾਲ ਟੁੱਟੇ ਆ, ਜਾਂ ਜਿਹਦੇ ਕੋਲ ਅਸੀਂ ਪਹੁੰਚਣਾ ਆ, ਇਸੇ ਵਾਰੀ ਦੇ ਵਿੱਚ ਇਸ ਜੀਵਨ ਦੇ ਵਿੱਚ ਹੀ ਅਸੀਂ ਉਹਦੇ ਕੋਲ ਪਹੁੰਚ ਸਕਦੇ ਹਾਂ, ਉਹਨੂੰ ਮਿਲ ਸਕਦੇ ਹਾਂ, ਉਹਦੇ ਵਿੱਚ ਭੇਦ ਹੋ ਸਕਦੇ ਹਾਂ। ਤੇ ਇਹ ਜਿਹੜਾ ਸਵਾਲ ਆ ਵੀ ਆਹ ਹੀ ਵਾਰੀ ਕਿਉਂ ਆ, ਤੇ ਇਹ ਵਾਰੀ ਕਿੱਥੋਂ ਆਈ, ਤੇ ਇਹ ਵਾਰੀ ਕਿੱਦਾਂ ਮਿਲੀ, ਤੇ ਇਹ ਵਾਰੀ ਕਿਹਨੇ ਦਿੱਤੀ, ਇਹ ਜਿਹੜੀ ਆ ਇਹ 84 ਲੱਖ ਜੂਨਾਂ ਦੇ ਦਾਇਰੇ ਵਿੱਚ ਹੀ ਹੁੰਦੀ ਹੈ। ਤੇ ਇਸੇ ਜੂਨ ਦੇ ਵਿੱਚ ਆ ਕੇ, ਇਨਸਾਨੀ ਜਾਮੇ ਦੇ ਵਿੱਚ ਆ ਕੇ ਹੀ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਸਕਦੇ। ਦੁਨੀਆ ਦੇ ਜਿਹੜੇ ਵੀ ਇਤਿਹਾਸ ਜਾਂ ਸਰੋਤ ਸਾਨੂੰ ਧਾਰਮਿਕ ਗ੍ਰੰਥਾਂ ਦੇ ਥਰੂ ਜਾਂ ਕਿਸੇ ਹੋਰ ਸਾਇੰਸ ਦੇ ਥਰੂ ਜਿੰਨੇ ਵੀ ਸਾਨੂੰ ਅੱਜ ਤੱਕ ਮਿਲਦੇ ਆ ਲਿਖਤੀ ਰੂਪ ਦੇ ਵਿੱਚ, ਉਹਦੇ ਵਿੱਚ ਇਹੀ ਜ਼ਿਕਰ ਆਉਂਦਾ ਕਿ 84 ਲੱਖ ਜੂਨਾਂ ਹੈਗੀਆਂ, ਜਿਹੜੀਆਂ ਕਿ ਕੁਛ ਪਾਣੀ ਦੇ ਵਿੱਚ ਆ, ਧਰਤੀ ਦੇ ਵਿੱਚ ਆ, ਕੁਛ ਧਰਤੀ ਦੇ ਉੱਤੇ ਆ, ਤੇ ਕੁਛ ਆਕਾਸ਼ ਦੇ ਵਿੱਚ ਵੀ ਇਹ ਜੂਨਾਂ ਜਿਹੜੀਆਂ ਤੁਰੀਆਂ ਫਿਰਦੀਆਂ। ਇਹਨਾਂ ਦੀ ਗਿਣਤੀ ਕਿਹਨੇ ਕੀਤੀ, ਕਦੋਂ ਕੀਤੀ, ਕਿੱਦਾਂ ਕੀਤੀ, ਇਹਦੇ ਬਾਰੇ ਕੋਈ ਨਹੀਂ ਦੱਸ ਸਕਦਾ। ਤੇ ਗੁਰਬਾਣੀ ਵਿੱਚ ਇਹ ਲਿਖਿਆ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹਿ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਵਿਦ ਸਜਾ ਪ੍ਰਥਮ ਸੰਸਾਰਾ। ਜਿਹਨੇ ਇਹ ਧਰਤੀ ਇਸ ਤਰ੍ਹਾਂ ਕੀਤੀ, ਜਿਹਨੇ ਇਹ ਜੂਨਾਂ ਬਣਾਈਆਂ, ਇਹ ਕਿੱਦਾਂ ਬਣਾਈਆਂ, ਕਿੱਦਾਂ ਬਣੀਆਂ, ਇਹ ਸਾਰੀ ਦੀ ਸਾਰੀ ਜਿਹੜੀ ਆ ਵਿਆਖਿਆ ਉਹ ਅਕਾਲ ਪੁਰਖ ਵਾਹਿਗੁਰੂ ਕਰ ਸਕਦਾ। ਪਰ ਜਦੋਂ ਅਸੀਂ ਉਹਨੂੰ ਖੋਜਣ ਦੀ ਕੋਸ਼ਿਸ਼ ਕਰਾਂਗੇ ਫਿਰ ਸਾਨੂੰ ਹੌਲੀ ਹੌਲੀ ਉਹਦਾ ਗਿਆਨ ਹੋ ਜਾਂਦਾ। ਪਰ ਜੇ ਕੋਈ ਬੰਦਾ ਕਵੇ ਵੀ ਮੈਂ ਆ ਇੰਨੀਆਂ ਜੂਨਾਂ ਆਹ ਗਿਣੀਆਂ ਤੇ ਇੰਨੀਆਂ ਜੂਨਾਂ ਆਹ ਗਿਣੀਆਂ, ਜਾਂ ਇੰਨੀਆਂ ਜੂਨਾਂ ਇੱਥੇ ਆ ਤੇ ਇੰਨੀਆਂ ਜੂਨਾਂ ਇੱਥੇ ਆ, ਹਜੇ ਤੱਕ ਸਾਇੰਸ ਭਾਵੇਂ ਕਹਿੰਦੀ ਚੰਦਰਮਾ 'ਤੇ ਚੜ੍ਹ ਗਈ ਜਾਂ ਕਿੱਥੇ ਤੱਕ ਤੁਰੇ ਫਿਰਦੇ ਆ, ਸੈਟੇਲਾਈਟਾਂ ਉੱਤੇ ਤੱਕ ਆਪਣੀਆਂ ਲੈ ਗਏ ਆ, ਕਿੰਨੀਆਂ ਕੁਛ ਤਰੱਕੀਆਂ ਕਿੰਨੀਆਂ ਕੀਤੀਆਂ ਗਈਆਂ, ਪਰ ਸਾਇੰਸ ਅਜੇ ਉੱਥੇ ਤੱਕ ਪਹੁੰਚ ਨਹੀਂ ਸਕੀ ਤੇ ਨਾ ਹੀ ਕਦੀ ਪਹੁੰਚ ਸਕਦੀ ਆ, ਕਿਉਂਕਿ ਉਹਦੀਆਂ ਉਹੀ ਜਾਣੇ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਏ। ਜਿਹਨੇ ਧਰਤੀ ਬਣਾਈ ਆ, ਜਿਹਨੇ ਸਾਰਾ ਕੁਛ ਸਾਜਿਆ, ਉਹੀ ਦੱਸ ਸਕਦਾ। ਗੁਰਬਾਣੀ ਵਿੱਚ ਇੱਕ ਤੁਕ ਇਹ ਵੀ ਆਉਂਦੀ ਆ
जीव जेते जल में थल में पल ही पल में सब थाप तपेंगे। ਇਹ ਜੋ ਸ੍ਰਿਸ਼ਟੀ ਦੇ ਵਿੱਚ ਇਸ ਵੇਲੇ ਅਸੀਂ ਅੱਖਾਂ ਦੇ ਨਾਲ ਦੇਖਦੇ ਹਾਂ, ਇਹ ਕਾਲ ਪੁਰਖ ਵਾਹਿਗੁਰੂ ਨੇ ਕੀਤਾ ਪਸਾਓ ਇੱਕ ਕੁਆਓ ਤਿਸਤੇ ਹੋਏ ਲੱਖ ਦਰਿਆਓ। ਵੀ ਜੋ ਕੁਛ ਵੀ ਪਹਾੜਾਂ ਨਦੀਆਂ ਤੇ ਪਰਬਤ ਜੋ ਕੁਛ ਵੀ ਅਸੀਂ ਦੇਖਦੇ ਹਾਂ, ਅਕਾਲ ਪੁਰਖ ਵਾਹਿਗੁਰੂ ਮਿੰਟਾਂ ਸਕਿੰਟਾਂ ਦੇ ਵਿੱਚ ਦੇਖਦੇ ਹਾਂ, ਪਲ ਪਲ ਦੇ ਵਿੱਚ ਹੀ ਸਾਰਾ ਕੁਛ ਇਹ ਬਣਾ ਸਕਦਾ, ਕਿ ਉਹ ਸਮਰੱਥ ਆ, ਉਹ ਬਣਾਉਣ ਦੇ ਸਮਰੱਥ ਆ। ਤੇ ਜਿਹੜੇ ਮੇਰੇ ਵਰਗੇ ਕਈ ਹੋਰ ਬੁੱਧੀਜੀਵ ਜਿਹੜੇ ਤੇ ਤੁਰੇ ਫਿਰਦੇ ਆ, ਜਿਹੜੇ ਕਹਿੰਦੇ ਆ ਵੀ ਇਨਸਾਨ ਜਿਹੜਾ ਆ ਉਹ ਬਾਂਦਰ ਤੋਂ ਬਣਿਆ, ਪਹਿਲੋਂ ਆਹ ਬਣਿਆ, ਪਿਆ ਬਣਿਆ, ਪਿਆ ਬਣਿਆ, ਪਰ ਉਹ ਹਜੇ ਤੱਕ ਇਹ ਨਹੀਂ ਦੱਸ ਸਕੇ ਕਿ ਉਹ ਜਿਹੜਾ ਬਾਂਦਰ ਅੱਜ ਵੀ ਬਾਂਦਰ ਤੁਰੇ ਫਿਰਦੇ ਆ, ਉਹ ਉਦੋਂ ਕੀ ਸੀਗੇ, ਜਿਹੜਾ ਬੰਦੇ ਤੋਂ ਬਾਂਦਰ ਤੋਂ ਬੰਦਾ ਬਣਿਆ ਤੇ ਅੱਜ ਬਾਂਦਰ ਤੋਂ ਤਾਂ ਬੰਦਾ ਬਣ ਗਿਆ, ਤੇ ਜਿਹੜੇ ਅੱਜ ਵੀ ਬਾਂਦਰ ਆ ਉਹ ਉਦੋਂ ਕੀ ਸੀਗੇ। ਪਰ ਉਹ 84 ਲੱਖ ਜੂਨਾਂ ਬਾਰੇ, ਹੋਰ ਕਿਸੇ ਜੂਨ ਦੇ ਬਾਰੇ ਜਾਂ ਹੋਰ ਕਿਸੇ ਜੀਵ ਦੇ ਬਾਰੇ ਕੁਛ ਨਹੀਂ ਦੱਸ ਰਹੇ ਜਾਂ ਕੋਈ ਦੱਸ ਸਕਦੇ, ਪਰ ਉਹ ਸਿਰਫ ਬੰਦੇ ਦੇ ਮਗਰ ਪਏ, ਕਿਉਂਕਿ ਉਹਨਾਂ ਨੇ ਬੰਦੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਜਾਲ ਵਿੱਚ ਫਸਾਉਣਾ ਹੁੰਦਾ। ਪਰ ਇਸ ਤੋਂ ਜ਼ਿਆਦਾ ਉਹਨਾਂ ਕੋਲ ਗਿਆਨ ਹੈ ਨਹੀਂ, ਤੇ ਉਹ ਜਿਹਦੇ ਬਾਰੇ ਉਹ ਆਪਣਾ ਦੱਸ ਸਕਣ। ਫਿਰ ਕੁਛ ਬੱਚਿਆਂ ਨੇ ਇਹ ਵੀ ਸਵਾਲ ਕੀਤਾ ਕਿ ਇਹ ਬਹੁਤ ਸਾਰੇ ਜਾਨਵਰ ਜੀਵ ਜਿਹੜੇ ਪਹਿਲੋਂ ਹੁੰਦੇ ਸੀਗੇ ਸ੍ਰਿਸ਼ਟੀ ਦੇ ਉੱਤੇ, ਜਿਹੜੇ ਕਿ ਸਾਇੰਸ ਵਾਲੇ ਕਹਿੰਦੇ ਆ ਜਦੋਂ ਹੱਡੀਆਂ ਉਹਨਾਂ ਦੀ ਕਿਤੇ ਲੱਭਦੀਆਂ, ਉਹ ਫਿਰ ਉਹਨਾਂ ਨੂੰ ਜੋੜ ਕੇ ਕਹਿੰਦੇ ਆ ਆਹ ਜਾਨਵਰ ਅੱਜ ਤੋਂ ਇੰਨੇ ਲੱਖ ਸਾਲ ਪਹਿਲੋਂ ਇੱਥੇ ਹੁੰਦਾ ਸੀ ਧਰਤੀ ਉੱਤੇ, ਆਹ ਜਾਨਵਰ ਇੰਨੇ ਹਜ਼ਾਰ ਸਾਲ ਪਹਿਲੋਂ ਇਸ ਧਰਤੀ 'ਤੇ ਹੁੰਦਾ ਸੀ, ਅੱਜ ਉਹ ਧਰਤੀ ਤੋਂ ਅਲੋਪ ਹੋ ਗਿਆ। ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਸਾਇੰਸ ਵਾਲੇ, ਪਰ ਕਈ ਜੀਵ ਨਵੇਂ ਜਿਹੜੇ ਆ ਜਿੰਨੀਆਂ ਖੋਜਾਂ ਕਰਦੇ, ਕਈ ਜੀਵ ਨਵੇਂ ਆਈ ਜਾਂਦੇ, ਕਈ ਜੀਵ ਨਵੇਂ ਜਿਹਦੇ ਬਾਰੇ ਉਹਨਾਂ ਨੂੰ ਪਹਿਲੋਂ ਪਤਾ ਨਹੀਂ ਹੁੰਦਾ। ਤੋ ਗੁਰਬਾਣੀ ਦੇ ਵਿੱਚ ਉਹੀ ਗੱਲ ਦੱਸੇ ਕਿ ਜਿਹੜੇ ਜੀਵ ਬਣਾਏ ਆ, ਜਿਹੜੇ ਉਹਨਾਂ ਨੂੰ ਖਤਮ ਕਰ ਰਿਹਾ ਜਾਂ ਜਿਹੜੇ ਉਹਨਾਂ ਨੂੰ ਨਵੇਂ ਜਨਮ ਦੇ ਰਿਹਾ, ਉਹ ਅਕਾਲ ਪੁਰਖ ਵਾਹਿਗੁਰੂ ਹੀ ਜਾਣ ਸਕਦਾ ਹੈ, ਜਾਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਭੇਦ ਹੋ ਗਏ ਆ, ਜਾਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਗਏ ਆ, ਜਾਂ ਜਿਨ੍ਹਾਂ ਨੂੰ ਗਿਆਨ ਹੋ ਗਿਆ ਵਾਹਿਗੁਰੂ ਹੈ ਕੀ ਆ, ਉਹਦੀ ਸਮਰੱਥਾ ਕਿੰਨੀ ਆ, ਉਹ ਤਾਂ ਦੱਸ ਸਕਦੇ ਆ। ਪਰ ਜਿਹੜੇ ਸਿਰਫ ਕਿਤਾਬੀ ਵਿੱਦਿਆ ਪ੍ਰਾਪਤ ਕਰਕੇ ਜਾਂ ਆਪਣੇ ਦਿਮਾਗ ਦੇ ਨਾਲ ਹੀ ਸੋਚ ਕੇ ਦੱਸਦੇ ਆ, ਉਹ ਪੂਰਾ ਗਿਆਨ ਨਹੀਂ ਦੱਸ ਸਕਦੇ, ਕਿਉਂਕਿ ਪੂਰੇ ਗਿਆਨ ਵਾਸਤੇ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਭੇਦ ਹੀ ਹੋਣਾ ਪੈਂਦਾ। ਜਦ ਤੱਕ ਭੇਦ ਨਾ ਹੋ ਤੁਸੀਂ ਉਹਦਾ ਪੂਰਾ ਗਿਆਨ ਨਹੀਂ ਦੱਸ ਸਕਦੇ, ਕਿਉਂਕਿ ਜੇ ਕਿਸੇ ਗੂੰਗੇ ਨੇ ਗੁੜ ਖਾਧਾ ਤੇ ਉਹ ਸਵਾਦ ਜਿਹੜਾ ਆ ਉਹ ਨਹੀਂ ਦੱਸ ਸਕਦਾ ਵੀ ਇਹਦਾ ਸਵਾਦ ਕੀ ਆ। ਇਹ ਗੂੰਗੇ ਦੇ ਗੁੜ ਖਾਣ ਵਾਲੀ ਗੱਲ ਹੁੰਦੀ ਆ, ਤੁਸੀਂ ਜਿਹੜੇ ਆ ਉਹ ਨਹੀਂ ਦੱਸ ਸਕਦੇ। ਸੰਤ ਮਹਾਤਮਾ ਨੇ ਜੀ ਸਾਥ ਜਿੰਨੇ ਵੀ ਵੇਦ ਗ੍ਰੰਥ ਹੋਣ ਤੱਕ ਆਏ ਆ ਇਸ ਧਰਤੀ ਦੇ ਉੱਤੇ, ਜਾਂ ਜਿਨ੍ਹਾਂ ਦੀ ਹੋਂਦ ਇਸ ਵੇਲੇ ਹੈਗੀ ਆ, ਸਾਰਿਆਂ ਦੇ ਵਿੱਚ ਹੀ 84 ਲੱਖ ਜੂਨ ਦਾ ਜਿਹੜਾ ਉਹ ਜ਼ਿਕਰ ਕੀਤਾ ਗਿਆ ਵੀ 84 ਲੱਖ ਜੂਨਾਂ ਹੈਗੀ ਆ। ਹੁਣ ਜੂਨਾਂ ਦੇ ਵਿੱਚ ਜਿੱਦਾਂ ਇਨਸਾਨ ਦੀ ਜੂਨ ਹੈਗੀ ਆ, ਇਨਸਾਨ ਦੀ ਜੂਨਾਂ ਦੇ ਵਿੱਚ ਵੀ ਕੋਈ ਮਰਦ ਆ, ਕੋਈ ਇਸਤਰੀ ਆ, ਕਈ ਨਾ ਮਰਦ ਆ ਨਾ ਇਸਤਰੀ ਆ, ਕਈ ਜਾਨਵਰ ਆ, ਉਹਨਾਂ ਦੀਆਂ ਵੀ ਇੱਕ ਜਾਨਵਰ ਦੀਆਂ ਕਈ ਗਾਂ ਨਸਲਾਂ ਹੈਗੀਆਂ। ਤੇ ਕਈ ਜਿੰਨੀ ਵਾਰੀ ਤੁਸੀਂ ਸਮੁੰਦਰ ਦੇ ਵਿੱਚ ਜਿਹੜੀਆਂ ਉਹਦਾ ਕਈ ਵਾਰੀ ਟੈਲੀਵਿਜ਼ਨ 'ਤੇ ਆਉਂਦਾ, ਤੁਸੀਂ ਦੇਖੋ, ਤੁਸੀਂ ਅੰਤ ਨਹੀਂ ਆਉਂਦਾ ਵੀ ਕਿਹੜੇ ਤਰੀਕੇ ਦੇ ਜਾਨਵਰ ਬਣਾਏ। ਤੁਸੀਂ ਕਿਸੇ ਬਗੀਚੇ ਚੱਲ ਜਾਓ, ਉੱਥੇ ਤਿਤਲੀਆਂ ਜਿਹੜੀਆਂ ਇੱਦਾਂ ਦੀਆਂ ਤੁਰੀਆਂ ਫਿਰਦੀਆਂ ਜਿਹਦਾ ਤੁਸੀਂ ਅੰਤ ਨਹੀਂ ਲਾ ਸਕਦੇ। ਉਹਨਾਂ ਦੇ ਪਰ, ਉਹਨਾਂ ਦੀਆਂ ਅੱਖਾਂ, ਉਹਨਾਂ ਦੇ ਪੈਰ ਸਾਡੀ ਸਾਰਿਆਂ ਦੀ ਸਮਝ ਤੋਂ ਬਾਹਰ ਆ ਵੀ ਇਹ ਰੰਗਤ ਕੌਣ ਦਿੰਦਾ ਹੈ, ਇਹ ਏਡੀ ਸੋਹਣੀ ਚੀਜ਼ਾਂ ਪੈਦਾ ਕੌਣ ਕਰਦਾ ਹੈ, ਕਿੱਦਾਂ ਪੈਦਾ ਹੁੰਦੀਆਂ ਸਮਝਣਾ। ਧਰਤੀ ਦੇ ਵਿੱਚ ਰਹਿਣ ਵਾਲੇ ਤਰ੍ਹਾਂ ਦੇ ਸੱਪ, ਪਤਾ ਨਹੀਂ ਕਿੰਨੀਆਂ ਨਸਲਾਂ ਉਹਨਾਂ ਦੀਆਂ ਸੱਪਾਂ ਜਿਹੜੀ ਰਹਿੰਦੇ, ਕਿੰਨੇ ਤਰੀਕੇ ਦੇ ਕੀੜੇ ਮਕੌੜੇ ਜਿਹੜੇ ਇਸ ਧਰਤੀ 'ਤੇ ਤੁਰੇ ਫਿਰਦੇ ਆ। ਤੁਸੀਂ ਉਹਦਾ ਅੰਤ ਨਹੀਂ ਲਾ ਸਕਦੇ। ਅਸੀਂ ਬੰਦਿਆਂ ਦੀਆਂ ਨਸਲਾਂ ਦਾ ਅੰਤ ਨਹੀਂ ਲਾ ਸਕਦੇ, ਕਿੰਨੀਆਂ ਨਸਲਾਂ ਇਸ ਧਰਤੀ ਦੇ ਉੱਤੇ ਤੁਰੀਆਂ ਫਿਰਦੀਆਂ, ਤੇ ਨਿੱਕੇ ਜੀਵ ਜਿਹੜੇ ਆ ਉਹਨਾਂ ਦਾ ਅਸੀਂ ਕਿੱਥੋਂ ਅੰਤ ਲਾ ਸਕਦੇ। ਇੱਦਾਂ ਦੇ ਜੀਵ ਹੈਗੇ ਆ ਜਿਨ੍ਹਾਂ ਨੂੰ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੀ ਦੇਖ ਨਹੀਂ ਸਕਦੇ। ਧਰਤੀ ਦੇ ਵਿੱਚ ਇਸ ਤਰ੍ਹਾਂ ਜੀਵ ਹੈਗੇ ਜਿਨ੍ਹਾਂ ਦਾ ਸਾਨੂੰ ਅਜੇ ਤੱਕ ਗਿਆਨ ਨਹੀਂ ਹੋ ਸਕਿਆ। ਆਕਾਸ਼ਾਂ ਦੇ ਵਿੱਚ ਪਤਾ ਨਹੀਂ ਕਿੰਨਾ ਕੁਝ ਤੁਰਿਆ ਫਿਰਦਾ। ਗੁਰੂ ਸਾਹਿਬ ਤੇ ਕਹਿੰਦੇ ਲੱਖ ਅਗਾਸਾਂ ਆਕਾਸ, ਲੱਖ ਪਾਤਾਲ ਨਾ ਪਤਾਲ, ਓੜ ਕੋੜ ਭਾਲ ਥਕੇ ਵੇਦ ਕਹਿਣ ਕੀ ਬਾਤ, ਸਹਿ 17 ਕਹਿਣ ਕਿਤੇ ਬਾਸੂ ਲਿਖਤਾ ਲੇਖਾ ਹੋ ਤੇ ਲਿਖੀਏ, ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਵੀ ਗੁਰੂ ਨਾਨਕ ਦੇਵ ਜੀ ਤੋਂ ਵੱਡਾ ਤਾਂ ਹੋਰ ਇਸ ਦੁਨੀਆ 'ਤੇ ਕੋਈ ਨਹੀਂ, ਖਾਸ ਕਰਕੇ ਕਲਯੁਗ ਦੇ ਵਿੱਚ। ਤੇ ਜੇ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਿ ਆਪੇ ਹੀ ਜਾਣੇ ਆਪ ਆ, ਸ੍ਰਿਸ਼ਟੀ ਜਿਹਨੇ ਸਾਜੀ ਉਹੀ ਜਾਣ ਸਕਦਾ। ਦੂਸਰੇ ਬੰਦੇ ਆਪਣੇ ਦਿਮਾਗ ਨਾਲ, ਆਪਣੀ ਸੋਚ ਨਾਲ, ਜਿੰਨੀ ਕੁ ਉਹਨਾਂ ਦੀ ਬੁੱਧ ਹੈਗੀ ਆ,
ਵਰਨਤ ਭਿੰਨ ਭਿੰਨ ਤੋਹਿ ਤੇ ਉਹ ਆਪਣੀ ਬੁੱਧੀ ਨਾਲ ਉਨੀ ਕੀ ਵਿਚਾਰ ਦੱਸਦਾ ਜਿੰਨੀ ਕਿ ਉਹਨਾਂ ਨੂੰ ਬੁੱਧੀ, ਤੇ ਉਹ ਬੁੱਧੀ ਵੀ ਜਿਹੜੀ ਆ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀ ਹੈ, ਜਿਹਦੇ ਬਾਰੇ ਉਹ ਖੋਜ ਕਰਨੀ ਚਾਹੁੰਦੇ ਆ। ਠੀਕ ਆ, ਖੋਜ ਕਰਨੀ, ਉਹਦਾ ਗਿਆਨ ਪ੍ਰਾਪਤ ਕਰਨਾ ਬਹੁਤ ਚੰਗੀ ਗੱਲ ਹੈ, ਪਰ ਇਹ ਉਹਨੂੰ ਇੱਥੇ ਤੱਕ ਚਲੇ ਜਾਣਾ ਕਿ ਤੁਸੀਂ ਨਾਸਤਿਕ ਬਣ ਜਾਓ, ਉਹਦੀ ਹੋਂਦ ਨੂੰ ਮੰਨਣਾ ਬੰਦ ਕਰ ਦਿਓ, ਇਹ ਸਾਡੀ ਬਹੁਤ ਵੱਡੀ ਭੁੱਲ ਆ। ਜਦੋਂ ਅਸੀਂ ਉਸ ਰਸਤੇ 'ਤੇ ਚੱਲ ਜਾਂਦੇ ਹਾਂ, ਅਸੀਂ ਉਸ ਗੱਲ ਨੂੰ ਸਮਝਣਾ ਨਹੀਂ ਚਾਹੁੰਦੇ, ਅਤੇ ਫਿਰ ਸਾਡਾ ਜੀਵਨ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ। ਇਹਦੇ ਨਾਲ ਹੀ ਇੱਕ ਵਿੱਚੋਂ ਇੱਕ ਸਵਾਲ ਲਿਖਿਆ ਵੀ ਜਦੋਂ ਇਨਸਾਨ ਕਹਿੰਦਾ ਆ ਭਈ ਪ੍ਰਾਪਤ ਮਨੁੱਖ ਦੇ ਰਿਹਾ ਗੋਬਿੰਦ ਮਿਲਣ ਕੀ ਇਹ ਤੇਰੇ ਵਰੀਆ, ਇਹ ਸਾਡੀ ਵਾਰੀ ਆ ਰੱਬ ਨੂੰ ਮਿਲਣ ਦੀ। ਵੀ ਬਾਈ ਦੀ ਵੇ ਅਸੀਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਨਿਯਮ ਬਣਾ ਕੇ ਦੱਸੇ ਆ, ਜਿਨ੍ਹਾਂ ਦੇ ਉੱਤੇ ਇਨਸਾਨੀਅਤ ਦੇ ਤੌਰ 'ਤੇ ਅਸੀਂ ਇਨਸਾਨ ਹਾਂ ਅਤੇ ਇਨਸਾਨਾਂ ਵਾਂਗੂ ਉਹਦੇ ਚੱਲਣਾ, ਕਿਉਂਕਿ ਸਭ ਤੋਂ ਵੱਡਾ ਧਰਮ ਜਿਹੜਾ ਆ ਉਹ ਇਨਸਾਨੀਅਤ ਦਾ ਹੈ। ਅਤੇ ਜੇ ਅਸੀਂ ਇਨਸਾਨ ਹੋ ਕੇ ਇਨਸਾਨੀਅਤ ਵਿੱਚ ਸਾਡੇ ਵਿੱਚ ਨਹੀਂ ਗਿਆ ਹੈ ਕਿ ਇਨਸਾਨੀਅਤ ਸਾਡੇ ਵਿੱਚੋਂ ਚੱਲ ਜਾਂਦੀ ਆ, ਅਤੇ ਫਿਰ ਅਸੀਂ ਇਨਸਾਨ ਨਹੀਂ ਰਹਿ ਜਾਂਦੇ। ਅਤੇ ਗੁਰਬਾਣੀ ਕਹਿੰਦੀ ਆ ਕਰਤੂਤ ਪਸ਼ੂ ਕੀ ਮਾਨਸ ਜਾਤ, ਕਈ ਵਾਰੀ ਮਾਨਸ ਜਾਤ ਵਿੱਚ ਅਸੀਂ ਆ ਜਾਂਦੇ ਹਾਂ, ਪਰ ਕਰਤੂਤਾਂ ਸਾਡੀ ਜਿਹੜੀਆਂ ਪਸ਼ੂਆਂ ਵਾਲੀਆਂ ਰਹਿੰਦੀਆਂ, ਉਹ ਇਨਸਾਨਾਂ ਵਾਲੀਆਂ ਨਹੀਂ ਰਹਿੰਦੀਆਂ। ਇਸ ਕਰਕੇ ਉਹ ਇਨਸਾਨੀ ਜਾਮੇ ਦੇ ਵਿੱਚ ਆਏ, ਜੇ ਨਾ ਆਏ ਉਹਨਾਂ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜਦ ਕਰਤੂਤਾਂ ਜਿਹੜੀਆਂ ਇਨਸਾਨਾਂ ਵਾਲੀਆਂ ਨਹੀਂ, ਕਰਤੂਤਾਂ ਜਿਹੜੀਆਂ ਇਨਸਾਨਾਂ ਵਾਲੀਆਂ ਸਾਨੂੰ ਕਰਨ ਵਾਸਤੇ ਇਹ ਗੁਰੂ ਦੇ ਨਾਲ ਲੱਗਣਾ ਪੈਂਦਾ, ਗੁਰੂ ਵਾਲੇ ਬਣਨਾ ਪੈਂਦਾ। ਸ਼ਬਦ ਗੁਰੂ ਦੀ ਕੋਈ ਬੜੀ ਦੇਖਿਆ ਹੁਣ ਇਸ ਧਰਤੀ 'ਤੇ ਪਤਾ ਨਹੀਂ ਅਰਬਾਂ ਖਰਬਾਂ ਦੇ ਕਰੀਬਾਂ ਦੇ ਹਿਸਾਬ ਨਾਲ, ਤੇ ਜਿਹੜੇ ਬਾਬੇ ਤੁਰੇ ਫਿਰਦੇ ਆ, ਜਿਹੜੇ ਆਪ ਨਰਕਾਂ ਵਿੱਚ ਜਾਣਾ ਜਿਨ੍ਹਾਂ ਨੇ, ਉਹ ਸਾਨੂੰ ਸਵਰਗਾਂ ਦੀਆਂ ਟਿਕਟਾਂ ਦੇਣ ਨੂੰ ਤੁਰੇ ਫਿਰਦੇ ਆ। ਜਿਹੜੇ ਬਾਬਿਆਂ ਦਾ ਕਈ ਵਾਰ ਆਪਣਾ ਵਿਆਹ ਨਹੀਂ ਹੋਇਆ ਹੁੰਦਾ, ਲੋਕਾਂ ਨੂੰ ਪੁੱਤ ਦੇਈ ਜਾਂਦੇ ਰਹਿੰਦੇ ਆ। ਅਸੀਂ ਉਦੋਂ ਗਿਰੇ ਹੋਏ ਲੋਕ ਆ, ਅਸੀਂ ਜਿਹੜੇ ਉਹਨਾਂ ਬਾਬਿਆਂ ਦੇ ਕੋਲ ਜਾ ਕੇ ਤੇ ਦਾਤਾ ਮੰਗਣ ਦੀ ਕੋਸ਼ਿਸ਼ ਕਰਦੇ ਆ, ਜਿਹੜੇ ਖੁਦ ਮੰਗਤੇ ਆ, ਜਿਨ੍ਹਾਂ ਨੂੰ ਅਕਾਲ ਪੁਰਖ ਦੇ ਦਰ 'ਤੇ ਪ੍ਰਵਾਨ ਹੀ ਹੈ ਨਹੀਂ, ਅਸੀਂ ਉਹਨਾਂ ਕੋਲ ਮੰਗਣ ਚੱਲ ਜਾਂਦੇ, ਅਸੀਂ ਉਦੋਂ ਵੀ ਗਏ ਗੁਜ਼ਰੇ ਹਾਂ। ਅਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਸਾਨੂੰ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦੀਆਂ, ਅਤੇ ਜਿਹੜਾ ਸਾਡਾ ਅਸਲੀ ਕਰਮ ਆ ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ, ਅਸੀਂ ਉਹ ਤੋਂ ਦੂਰ ਚਲੇ ਜਾਂਦੇ ਹਾਂ। ਅਤੇ ਜੇ ਅਸੀਂ ਇਹ ਸੋਚੀਏ ਵੀ ਇਸ ਜਨਮ ਦੇ ਵਿੱਚ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ, ਵਾਕਈ ਗੁਰੂ ਨਾਨਕ ਦੇਵ ਜੀ ਦੀ ਇਸ ਤੁਕ ਦੇ ਉੱਤੇ ਆਪਾਂ ਪਹਿਰਾ ਦਈਏ, ਅਤੇ ਫਿਰ ਸ਼ਬਦ ਗੁਰੂ ਦੇ ਨਾਲ ਜੁੜੀਏ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਹਿਜ ਪਾਠ ਦੇ ਤੌਰ 'ਤੇ ਅਸੀਂ ਪੜ੍ਹੀਏ, ਅਤੇ ਸਾਨੂੰ ਗਿਆਨ ਹੋ ਸਕਦਾ, ਅਤੇ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਵਾਕਿਆ ਹੀ ਅਭੇਦ ਹੋ ਸਕਦੇ ਹਾਂ, ਵਾਕਿਆ ਹੀ ਅਸੀਂ ਉਹ ਇਸ ਜਨਮ ਦਾ ਲਾਹਾ ਲੈ ਸਕਦੇ ਹਾਂ। ਅਤੇ ਇਹਦੇ ਵਿੱਚ ਹੀ ਇੱਕ ਗੱਲ ਆਉਂਦੀ ਹੈ ਕਿ ਜਦੋਂ ਇਨਸਾਨ ਪੂਰਾ ਹੋ ਜਾਂਦਾ, ਕੀ ਉਹਨੂੰ ਦੁਬਾਰਾ ਫਿਰ ਉਸ 84 ਲੱਖ ਜੂਨਾਂ ਦੇ ਚੱਕਰ ਦੇ ਵਿੱਚ ਆਉਣਾ ਪੈਂਦਾ, ਜਾਂ ਉਹ ਚੱਕਰ ਕਿੱਥੋਂ ਸ਼ੁਰੂ ਹੁੰਦਾ, ਜਾਂ ਉਹ ਜਿਹੜਾ ਬੰਦਾ ਆ ਉਹ ਅੱਧ ਵਿੱਚੋਂ ਵੀ ਮੁੜ ਕੇ ਆ ਸਕਦਾ, ਜਾਂ ਥੋੜ੍ਹੀਆਂ ਜੂਨਾਂ ਭੁਗਤ ਕੇ ਵੀ ਆ ਸਕਦਾ, ਜਾਂ ਉਹ 84 ਲੱਖ 'ਚ। ਇਹ ਵੀ ਇੱਕ ਸਵਾਲ ਜਿਹੜਾ ਇਹਨਾਂ 84 ਲੱਖ ਜੂਨ ਦੇ ਵਿੱਚ ਹੀ ਆਉਂਦਾ ਹੈ, ਅਤੇ ਜਿਹੜਾ ਕਿ ਬੱਚਿਆਂ ਨੇ ਕੀਤਾ ਵੀ ਸੀਗਾ ਵੀ ਉਹ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਹੁਣ ਚਾਨਣਾ ਪਾਉਣਾ। ਜਿੱਦਾਂ ਦੇ ਅਸੀਂ ਕਰਮ ਕਰਨਾ ਆ ਉਹ 'ਤੇ ਡਿਪੈਂਡ ਕਰਦਾ ਸਾਨੂੰ ਅਗਲਾ ਜਨਮ ਕਿਹੜੇ ਤਰੀਕੇ ਨਾਲ ਮਿਲਣਾ। ਕਰਮ ਜਿਹੜੇ ਆ ਉਹ 'ਤੇ ਸਾਰੀ ਚੀਜ਼ ਡਿਪੈਂਡ ਕਰਦੀ ਆ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਾਡੇ ਕਰਮਾਂ ਦੇ ਉੱਤੇ ਬਹੁਤ ਕੁਝ ਡਿਪੈਂਡ ਕਰਦਾ, ਉਹ ਸਾਰਾ ਕੁਝ ਇਸ ਚੀਜ਼ ਲਈ ਜ਼ਿੰਮੇਵਾਰ ਹੁੰਦਾ ਕਿ ਆਉਣ ਵਾਲਾ ਜਨਮ ਸਾਨੂੰ ਕਿੱਥੇ ਮਿਲਣਾ ਅਤੇ ਕਿੱਦਾਂ ਮਿਲਣਾ। ਅਸੀਂ ਇੱਦਾਂ ਦੇ ਕਰਮਾਂ 'ਤੇ ਵੀ ਆ ਸਕਦੇ ਹਾਂ ਕਿ ਅਸੀਂ ਸਾਰੀ ਉਮਰ ਗਲਤ ਕੰਮ ਕਰਦੇ ਰਹੇ, ਪਰ ਜਾ ਕੇ ਅਖੀਰਲੇ ਸਮੇਂ ਦੇ ਵਿੱਚ ਜਿਹੜੇ ਕੋਈ ਚੰਗੇ ਕਰਮ ਕਰ ਲਏ, ਇੱਦਾਂ ਦੇ ਚੰਗੇ ਕੰਮ ਕਰ ਲਏ ਕਿ ਜਿਹੜੇ ਸਾਡੇ ਪਹਿਲੇ ਪਾਪ ਕੀਤੇ ਸੀਗੇ ਉਹ ਧੋਤੇ ਗਏ ਸਾਰੇ, ਅਤੇ ਆਉਣ ਵਾਲੇ ਜੀਵਨ ਦੇ ਵਿੱਚ ਅਸੀਂ ਇੰਨੇ ਚੰਗੇ ਕੰਮ ਕਰ ਲਏ ਕਿ ਅਸੀਂ ਅਕਾਲ ਪੁਰਖ ਦੇ ਲਾਗੇ ਹੋ ਗਏ। ਪਰ ਹੋ ਸਕਦਾ ਉਹਦੇ ਨਾਲ ਭੇਦ ਨਹੀਂ ਹੋ ਸਕੇ, ਕਿਉਂਕਿ ਸਾਡੇ ਜਿਹੜੇ ਪਹਿਲੇ ਕਰਮ ਕੀਤੇ ਉਹਨਾਂ ਦਾ ਹਜੇ ਪਰਛਾਵਾਂ ਸਾਡੇ ਨਾਲ ਆ, ਅਤੇ ਹੋ ਸਕਦਾ ਸਾਨੂੰ ਦੁਬਾਰਾ ਦੂਸਰਾ ਜਨਮ ਇਨਸਾਨਾਂ ਦੇ ਜਨਮ ਵਿੱਚ ਮਿਲੇ, ਕਿਸੇ ਗੁਰਸਿੱਖ ਪਰਿਵਾਰ ਦੇ ਵਿੱਚ, ਕਿਉਂਕਿ ਇਹ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਬਹੁਤ ਵੱਡਾ ਸਿਸਟਮ ਆ, ਜਿਹਦੇ ਨਾਲ ਇਹ ਧਰਤੀ ਦੇ ਜਿੰਨੇ ਵੀ ਜੀਵ ਹੈਗੇ ਆ ਉਹ ਚੱਲਦੇ ਆ। ਖਾਸ ਕਰਕੇ ਮਨੁੱਖਾ ਜੀਵਨ ਜਿਹੜਾ ਆ ਸੰਜੋਗ ਵਿਜੋਗ ਦੋਏ ਕਾਰਜ ਲਾਵੇ, ਲੇਖੇ ਆਵੇ ਭਾਗ। ਤੁਸੀਂ ਆਪਣੇ ਜੀਵਨ ਦੇ ਵਿੱਚ ਆਮ ਤੌਰ 'ਤੇ ਦੇਖੋਗੇ ਕਿ ਕਈ ਵਾਰੀ ਕਈ ਬੰਦੇ ਸਾਨੂੰ ਮਿਲਦੇ ਆ, ਕਈ ਵਾਰੀ ਕਈ ਬੰਦੇ ਸਾਡੇ ਕੋਲ ਵਿਛੜ ਜਾਂਦੇ ਆ। ਜਿੱਦਾਂ ਮਾਤਾ ਪਿਤਾ ਦੇ ਘਰ ਸਾਡਾ ਜਨਮ ਹੋਇਆ,
ਸਾਨੂੰ ਨਹੀਂ ਪਤਾ, ਅਸੀਂ ਆਪਣੇ ਆਪ ਨਹੀਂ ਉਹਨਾਂ ਨੂੰ ਸ਼ਿਵਾਜੀ ਕੀਤਾ ਵੀ ਇਹ ਮੇਰੀ ਮਾਂ ਬਣੇ, ਇਹ ਮੇਰਾ ਪੇ ਬਣੇ। ਉਹ ਠੀਕ ਆ, ਉਹ ਮਾਂ ਪੇ ਦੇ ਘਰ ਅਸੀਂ ਜਨਮ ਲੈ ਲਿਆ। ਇਹ ਅਕਾਲ ਪੁਰਖ ਵਾਹਿਗੁਰੂ ਨੇ ਡਿਸਾਈਡ ਕੀਤਾ, ਜਾਂ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਟੀਮ ਬਣਾਈ ਉਹਨਾਂ ਨੇ ਡਿਸਾਈਡ ਕੀਤਾ ਵੀ ਤੂੰ ਇਹਨਾਂ ਮਾਂ ਪੇ ਦੇ ਘਰ ਜਨਮ ਲੈਣਾ। ਫਿਰ ਤੁਹਾਡੀ ਕੌਣ ਭੈਣ ਬਣੂਗੀ, ਕੌਣ ਤੁਹਾਡਾ ਭਰਾ ਬਣੂਗਾ, ਕੌਣ ਤੇਰੀ ਮਾਸੀ ਬਣੂਗੀ, ਕੌਣ ਤੇਰੀ ਚਾਚੀ ਬਣੂਗੀ, ਕੌਣ ਤੇਰੀ ਭੂਆ ਬਣੂਗੀ, ਕੌਣ ਤੇਰੀ ਤਾਈ ਬਣੂਗੀ। ਇਹ ਸਾਰਾ ਸਿਸਟਮ ਜਿਹੜਾ ਆ ਉਹਦੇ ਵਿੱਚ ਸਾਡਾ ਕੋਈ ਯੋਗਦਾਨ ਨਹੀਂ ਗਾ, ਸਾਡਾ ਉਹਦੇ ਵਿੱਚ ਕੋਈ ਯੋਗਦਾਨ ਨਹੀਂ। ਪਰ ਉੱਪਰ ਵਾਲੇ ਦੇ ਸਿਸਟਮ ਦੇ ਨਾਲ ਇਹ ਸਾਰੇ ਜਿਹੜੇ ਸੰਯੋਗ ਬਣੇ, ਇਹ ਜਿੰਨੇ ਸੰਯੋਗ ਬਣੇ ਉਹ ਸਾਡੇ ਲੈਣ ਦੇਣ ਦੇ ਸੰਬੰਧ ਜਿਹੜੇ ਆ ਪਹਿਲੇ ਪੂਰਬਲੇ ਕਰਮਾਂ ਦੇ, ਉਹਨਾਂ ਦੇ ਹਿਸਾਬ ਦੇ ਨਾਲ ਇਹ ਸਾਨੂੰ ਜਨਮ ਮਿਲਿਆ। ਇਸ ਜਨਮ ਦੇ ਹਿਸਾਬ ਨਾਲ ਜਿਹੜੇ ਬਾਕੀ ਦੇ ਸੰਯੋਗ ਆ ਉਹ ਸਾਨੂੰ ਮਿਲੇ, ਤੇ ਜਿਹੜੇ ਬਾਕੀ ਦੇ ਸੰਯੋਗ ਮਿਲੇ ਉਹਨਾਂ ਦਾ ਸਾਡਾ ਲੈਣ ਦੇਣ ਦਾ ਜਿਹੜਾ ਸੰਬੰਧ ਸੀਗਾ ਉਹ ਕਿੰਨਾ ਸੀ। ਇਸ ਜਨਮ ਦੇ ਵਿੱਚ ਕਿਹੜੇ ਕਿਹੜੇ ਸੱਜਣ ਮਿੱਤਰ ਸਾਨੂੰ ਮਿਲਦੇ ਆ, ਉਹਨਾਂ ਨਾਲ ਕੀ ਕੀ ਸਾਡੇ ਸੰਬੰਧ ਸੀਗੇ। ਕਈ ਵਾਰੀ ਬੰਦਾ ਚੰਗਾ ਭਲਾ ਜਾਂਦਾ, ਕਿਸੇ ਦੇ ਨਾਲ ਕੋਈ ਬਾਜ਼ ਮਾਰ ਕੇ ਕਹਿੰਦਾ ਆਈ ਜਰਾ ਬਾਹਰ ਨੂੰ, ਮੇਰੇ ਘਰ ਨੂੰ ਧੱਕਾ ਲਾ ਦੀ, ਉਧਰੋਂ ਕੋਈ ਐਕਸੀਡੈਂਟ ਹੋ ਜਾਂਦਾ, ਬੰਦੇ ਦੀ ਮੌਤ ਹੋ ਜਾਂਦੀ ਹੈ। ਕੋਈ ਇੱਦਾਂ ਦਾ ਪਤਾ ਨਹੀਂ ਲੱਗਦਾ। ਇਹ ਸਹਿਯੋਗ ਵੀ ਬਣਦੇ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਆ ਬੰਦਾ ਜਿਹੜਾ ਉਸ ਜਗ੍ਹਾ ਤੇ ਪਹੁੰਚ ਜਾਂਦਾ ਜਿੱਥੇ ਉਹਦੀ ਮੌਤ ਹੁੰਦੀ ਆ, ਆਖਰੀ ਦਿਨ ਹੁੰਦਾ। ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿ ਦੇਣੀ ਚਾਹੁੰਦਾ, ਇਹ ਆਖਰੀ ਸਮਾਂ ਕਦੋਂ ਆ ਇਹਦੇ ਬਾਰੇ ਕੋਈ ਨਹੀਂ ਦੱਸ ਸਕਦਾ, ਨਾ ਮੈਂ ਦੱਸ ਸਕਦਾ, ਨਾ ਹੋਰ ਕੋਈ ਦੱਸ ਸਕਦਾ, ਨਾ ਕਿਸੇ ਨੂੰ ਪਤਾ ਹੁੰਦਾ। ਇਸ ਕਰਕੇ ਅਸੀਂ ਉਸ ਚੀਜ਼ ਦਾ ਵੇਟ ਨਹੀਂ ਕਰਦੇ ਰਹਿਣਾ ਵੀ ਉਹ ਚੰਗਾ ਕਰਮ ਕਦੋਂ ਹੋ ਜਾਊਗਾ। ਬਾਹਲੇ ਲੋਕੀ ਇਹ ਕਹਿੰਦੇ ਆ ਵੀ ਹਜੇ ਕਿਹੜੀ ਉਮਰ ਆ, ਖਾਣ ਪੀਣ ਦੀ ਉਮਰ ਆ, ਐਸ਼ ਕਰ ਲਓ, ਕੋਈ ਪ੍ਰੋਬਲਮ ਨਹੀਂ। ਅਖੀਰਲੇ ਸਮੇਂ ਜਾ ਕੇ ਆਪਾਂ ਵਾਹਿਗੁਰੂ ਦੀ ਬੰਦਗੀ ਕਰਾਂਗੇ, ਈਸ਼ਵਰ ਦੀ ਬੰਦਗੀ ਕਰਾਂਗੇ, ਅੱਲਾਹ ਦੀ ਬੰਦਗੀ ਕਰੇ, ਜੋ ਵੀ ਕਰਨਾ ਉਹ ਉੱਥੇ ਆਪਾਂ ਕਰ ਲਵਾਂਗੇ। ਪਰ ਸਾਨੂੰ ਉਹਦੇ ਬਾਰੇ ਪਤਾ ਹੀ ਨਹੀਂ ਕਿ ਸਾਡਾ ਆਖਰੀ ਸਮਾਂ ਕਦੋਂ ਨੂੰ ਆ, ਕਦੋਂ ਸਾਡੇ ਸਾਹ ਜਿਹੜੇ ਆਖਰੀ ਉਹ ਖਤਮ ਹੋ ਜਾਣੇ, ਸਾਹ ਅਗਲਾ ਆਉਣਾ ਜਾਂ ਨਹੀਂ ਆਉਣਾ। ਇਸ ਕਰਕੇ ਅਸੀਂ ਉਸ ਭਰੋਸੇ ਨਹੀਂ ਰਹਿ ਸਕਦੇ ਕਿ ਜਦੋਂ ਆਖਰੀ ਸਮਾਂ ਆਊਗਾ ਉਦੋਂ ਆਪਾਂ ਕਰ ਲਵਾਂਗੇ। ਪਰ ਜਿਹੜੇ ਵੀ ਅਸੀਂ ਕੰਮ ਇਨਸਾਨੀ ਜਾਮੇ ਦੇ ਵਿੱਚ ਇਨਸਾਨੀਅਤ ਤੋਂ ਗਿਰੇ ਹੋਏ ਕਰਦੇ ਹਾਂ, ਇਨਸਾਨੀਅਤ ਤੋਂ ਦੂਰ ਜਾ ਕੇ ਕਰਦੇ ਹਾਂ। ਹੁਣ ਕਹੋਗੇ ਇਨਸਾਨੀਅਤ ਵਾਲੇ ਕਰਮ ਕਿਹੜੇ ਆ ਜਿਨ੍ਹਾਂ ਦੇ ਤੇ ਚੱਲਣਾ, ਉਹ ਸਾਰੇ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ। ਆਪਾਂ 2-4 ਮਿੰਟਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਵਿਆਖਿਆ ਨਹੀਂ ਕਰ ਸਕਦੇ। ਹੌਲੀ ਹੌਲੀ ਜਿਹੜੇ ਐਪੀਸੋਡ ਆਉਣਗੇ ਉਹਨਾਂ ਦੇ ਵਿੱਚ ਤੁਸੀਂ ਮਿਲ ਸਕਦੇ ਆ, ਦੇਖ ਸਕਦੇ ਆ। ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਾਰਾ ਕੁਝ ਦਰਜ ਹੈਗਾ। ਪਰ ਅਸੀਂ ਜੋ ਉਦੋਂ ਨੂੰ ਜਾਵਾਂਗੇ ਤੇ ਜੇ ਅਸੀਂ ਪਖੰਡੀਆਂ ਦੇ ਨਾਲ ਮਗਰ ਤੁਰੇ ਫਿਰਾਂਗੇ ਫਿਰ ਸਾਨੂੰ ਕੁਝ ਨਹੀਂ ਲੱਭਣਾ, ਕਿਉਂਕਿ ਆਪ ਗੁਆਚੇ ਹੁੰਦੇ ਆ, ਸਾਨੂੰ ਉਹ ਕਿਹੜੇ ਰਸਤੇ ਪਾ ਸਕਦੇ ਆ। ਪਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਸੀਂ ਖੁਦ ਆਪ ਪੜ੍ਹਨੀ ਆ, ਸਹਿਜੇ ਸਹਿਜੇ ਪਿਆਰ ਦੇ ਨਾਲ ਪੜ੍ਹਨੀ ਆ, ਤੇ ਐਟੋਮੈਟਿਕ ਜਿਹੜਾ ਗਿਆਨ, ਜਿਹੜਾ ਰਸਤਾ, ਜਿਹੜੀ ਰੋਸ਼ਨੀ ਆ ਉਹ ਸਾਨੂੰ ਮਿਲਦੀ ਰਹੂਗੀ। ਪਰ ਜੇ ਅਸੀਂ ਉਹ ਤੋਂ ਭਟਕ ਕੇ ਜੇ ਕਿਸੇ ਬਾਬੇ ਦੇ ਮਗਰ ਤੁਰੇ ਫਿਰਦੇ ਰਹੇ ਫਿਰ ਉਹ ਨਹੀਂ ਮਿਲਣੀ। ਜਦੋਂ ਕਿੰਨੇ ਕਰਮ ਕੀਤੇ, ਕਿੰਨੇ ਚੰਗੇ ਕੀਤੇ, ਕਿੰਨੇ ਮਾੜੇ ਕੀਤੇ, ਕਿੰਨਾ ਕਿਸੇ ਨੂੰ ਦੁੱਖ ਦਿੱਤਾ, ਕਿੰਨਾ ਕਿਸੇ ਨਾਲ ਧੋਖਾ ਕੀਤਾ, ਕਿੰਨੇ ਕਿਸੇ ਨਾਲ ਬੇਈਮਾਨੀ ਕੀਤੀਆਂ, ਕਿੰਨੀਆਂ ਕਿਸੇ ਨਾਲ ਠੱਗੀਆਂ ਮਾਰੀਆਂ, ਇਹ ਸਾਰੇ ਦਾ ਸਾਰਾ ਜਦੋਂ ਕਾਊਂਟ ਹੁੰਦਾ ਅੱਗੇ ਜਿਹੜਾ ਆ ਜਾ ਕੇ ਲੇਖਾ ਉਹਦਾ ਹੁੰਦਾ। ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਜਦੋਂ ਧਰਮ ਰਾਏ ਨੇ ਉੱਤੇ ਜਾ ਕੇ ਲੇਖਾ ਮੰਗਣਾ ਤੇ ਉੱਥੇ ਜਾ ਕੇ ਲੇਖੇ ਦੇ ਵਿੱਚ ਜਿਹੜਾ ਵਾਧਾ ਘਾਟਾ ਹੋਣਾ, ਉਹਨਾਂ ਦੇ ਹਿਸਾਬ ਦੇ ਨਾਲ ਸਾਨੂੰ ਅਗਲਾ ਜਨਮ ਜਿਹੜਾ ਆ ਉਹ ਮਿਲਣਾ। ਉਹ ਕਿੱਥੇ ਮਿਲਦਾ, ਕਿੱਦਾਂ ਮਿਲਦਾ, ਉਹਦਾ ਡਿਸਾਈਡ ਜਿਹੜੀ ਆ ਉੱਥੇ ਜਾ ਕੇ ਹੋਣੀ ਆ ਸਾਡੇ ਕਰਮਾਂ ਦੇ ਹਿਸਾਬ ਨਾਲ ਵੀ ਅਸੀਂ ਕਿੱਦਾਂ ਦੇ ਕਰਮ ਕੀਤੇ ਆ। ਅਸੀਂ ਪਹਿਲੋਂ ਨਹੀਂ ਦੱਸ ਸਕਦੇ। ਹਾਂ, ਕੋਈ ਬੰਦਾ ਇਹ ਕਰ ਸਕਦਾ ਵੀ ਆਪਣੇ ਵਿੱਚ ਵੱਧ ਤੋਂ ਵੱਧ ਇਨਸਾਨੀਅਤ ਪੈਦਾ ਕਰੇ, ਆਪਣੇ ਵੱਧ ਤੋਂ ਵੱਧ ਚੰਗੇ ਜਿਹੜੇ ਕਰਮ ਕਰੇ, ਕਿਸੇ ਨੂੰ ਦੁੱਖ ਨਾ ਦੇਵੇ, ਜੀਵ ਨੂੰ ਵੀ ਦੁੱਖ ਨਾ ਦੇਵੇ, ਇਹ ਹੋਰ ਕਿਸੇ ਇਨਸਾਨ ਨੂੰ ਦੁੱਖ ਨਾ, ਧੋਖਾ ਨਾ ਕਰੇ। ਤਾਂ ਉਹ ਕਹਿ ਸਕਦਾ ਵੀ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਵੀ ਮੈਂ ਹੁਣ ਗੁਰੂ ਵਾਲਾ ਬਣ ਗਿਆ, ਮੈਂ ਹੁਣ ਗੁਰੂ ਦਾ ਹੋ ਗਿਆ, ਮੈਂ ਆਪਣਾ ਸਿਰ ਗੁਰੂ ਨੂੰ ਦੇਤਾ, ਮੇਰੀ ਆਪਣੀ ਬੁੱਧੀ ਜਿਹੜੀ ਆ ਕੋਈ ਕੰਮ ਨਹੀਂ ਕਰਦੀ, ਮੈਂ ਸਿਰਫ ਤੇ ਸਿਰਫ ਜੋ ਮੇਰੇ ਗੁਰੂ ਦਾ ਹੁਕਮ ਮੰਨਣਾ। ਉਹ ਆਪਣੇ ਵਿਸ਼ਵਾਸ ਨਾਲ ਦ੍ਰਿੜ ਰੱਜ ਨਾਲ ਕਹਿ ਸਕਦਾ ਭਈ ਮੈਂ ਅਕਾਲ ਪੁਰਖ ਵਾਹਿਗੁਰੂ ਨੂੰ ਜਾ ਕੇ ਮਿਲਾਂਗਾ, ਮੈਂ ਵਾਹਿਗੁਰੂ ਦੇ ਨਾਲ ਭੇਦ ਸਕਦਾ। ਵਰਨਾ ਹੋਰ ਕੋਈ ਬੰਦਾ ਜਿਹੜਾ ਇਹਦੇ ਬਾਰੇ ਕਿਸੇ ਕਿਸਮ ਦੀ ਕੋਈ ਵੀ ਗਰੰਟੀ ਨਹੀਂ ਲੈ ਸਕਦਾ। ਉਹਦਾ ਫੈਸਲਾ ਜਿਹੜਾ ਹੈ ਉਹ ਧਰਮ ਰਾਜ ਨੇ ਕਰਨਾ ਹੁੰਦਾ, ਕਿਉਂਕਿ ਉੱਥੇ ਪਲ ਪਲ ਦਾ ਲੇਖਾ ਗਿਣਿਆ ਜਾਂਦਾ। ਇੱਥੇ ਅਸੀਂ ਠੱਗੀਆਂ ਮਾਰ ਸਕਦੇ, ਬੇਈਮਾਨੀ ਕਰ ਸਕਦੇ, ਜੱਜ ਨੂੰ ਪੈਸੇ ਦੇ ਸਕਦੇ, ਵਕੀਲਾਂ ਨੂੰ ਪੈਸੇ ਦੇ ਸਕਦੇ ਹਾਂ,
100 ਤਰ੍ਹਾਂ ਦੇ ਝੂਠ ਫਰੇਬ ਅਸੀਂ ਕਰ ਸਕਦੇ ਹਾਂ, ਪਰ ਅਕਾਲ ਪੁਰਖ ਦੇ ਦਰ ਤੇ ਜਿੱਥੇ ਲੇਖਾ ਹੁੰਦਾ ਹੈ, ਜਿੱਥੇ ਚਿੱਤਰ ਗੁਪਤ ਨੇ ਲੇਖਾ ਲਿਖ ਕੇ ਜਿਹੜਾ ਧਰਮਰਾਜ ਦੇ ਮੂਹਰੇ ਲੈ ਕੇ ਗਿਆ, ਉੱਥੇ ਜਦੋਂ ਉਹਦਾ ਹਿਸਾਬ ਕਿਤਾਬ ਹੁੰਦਾ, ਉੱਥੋਂ ਫਿਰ ਤੁਹਾਡਾ ਜਿਹੜਾ ਅਗਲਾ ਜਨਮ ਆ ਉਹਦੇ ਬਾਰੇ ਦੱਸਿਆ ਜਾਂਦਾ। ਚੱਲ ਪਈ ਤੇਰੀ ਵਾਰੀ ਇੱਥੇ, ਚੱਲ ਪਈ ਤੇਰੀ ਵਾਰੀ ਇੱਥੇ ਆ। ਹੋ ਸਕਦਾ 84 ਲੱਖ ਜੂਨਾਂ ਸਾਰੀਆਂ ਨਹੀਂ ਸਾਰੀਆਂ ਭੁਗਤਣੀਆਂ ਪੈਣ, ਹੋ ਸਕਦਾ ਮੁੜ ਕੇ ਤੁਹਾਨੂੰ ਮਨੁੱਖੀ ਜਨਮ ਦੇ ਵਿੱਚ ਆ ਜਾਵੇ ਤੇ ਤੁਹਾਡੀ ਜਿਹੜੀਆਂ ਥੋੜ੍ਹੀਆਂ ਗਲਤੀਆਂ ਰਹਿ ਗਈਆਂ ਤੁਸੀਂ ਉਹਦਾ ਸੁਧਾਰ ਕਰ ਸਕਦੇ ਆ, ਕਿਉਂਕਿ ਇਸ ਧਰਤੀ ਦੇ ਉੱਤੇ ਵੀ ਜਨਮ ਜਿਹੜਾ ਕਈ ਵਾਰੀ ਉਹ ਗੁਰਸਿੱਖਾਂ ਦੇ ਘਰ ਹੋ ਜਾਂਦਾ, ਕਈ ਵਾਰੀ ਇੱਦਾਂ ਦੇ ਪਰਿਵਾਰਾਂ ਵਿੱਚ ਹੋ ਜਾਂਦਾ ਜਿੱਥੇ ਗੁਰੂ ਮਹਾਰਾਜ ਜਾਂ ਅਕਾਲ ਪੁਰਖ ਵਾਹਿਗੁਰੂ ਨੂੰ ਬੜਾ ਨੇੜਿਓਂ ਦੇਖਿਆ ਜਾਂਦਾ ਤੇ ਉਹਦੇ ਭਾਣੇ ਵਿੱਚ ਚਲੇ ਜਾਂਦਾ, ਤੇ ਕਈ ਵਾਰੀ ਇੱਦਾਂ ਦੇ ਨਾਸਤਕ ਪਰਿਵਾਰ ਵਿੱਚ ਸਾਡਾ ਜਨਮ ਹੋ ਜਾਂਦਾ ਜਿੱਥੇ ਉਹ ਸਾਰੇ ਦਾ ਸਾਰਾ ਜੀਵਨ ਜਿਹੜਾ ਹੋਰ ਬਰਬਾਦ ਹੋ ਜਾਂਦਾ, ਜਿਹੜੀ ਕੀਤੀ ਕਰਾਈ ਉਹ ਵੀ ਹੁੰਦਾ। ਇਹ ਸਾਰਾ ਡਿਸਾਈਡ ਜਿਹੜਾ ਉੱਤੇ ਧਰਮਰਾਜ ਦੇ ਕੋਲ ਹੀ ਕੀਤਾ ਜਾਂਦਾ ਹੈ, ਕਿਉਂਕਿ ਉਹਦੇ ਕੋਲ ਇਹ ਸਾਰਾ ਹਿਸਾਬ ਕਿਤਾਬ ਹੈਗਾ। ਪਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਣ ਵਾਲੇ ਹੋ ਜਾਂਦੇ ਆ, ਜਿਹੜੇ ਗੁਰੂ ਨੂੰ ਪਿਆਰ ਕਰਦੇ, ਜਿਹੜੇ ਗੁਰੂ ਦੀ ਗੱਲ ਮੰਨਦੇ ਆ, ਉੱਥੇ ਇਸ ਤਰੀਕੇ ਦੀ ਗੱਲ ਹੋ ਜਾਂਦੀ ਆ। ਫਿਰ ਧਰਮਰਾਜ ਜਿਹੜਾ ਆ ਉਹ ਵੀ ਉਹਦਾ ਲੇਖਾ ਜੋਖਾ ਨਹੀਂ ਪੁੱਛਦਾ, ਉਹ ਧਰਮਰਾਜ ਦੀ ਕੋਈ ਉੱਥੇ ਇਹ ਨਹੀਂ ਚੱਲੀ। ਧਰਮਰਾਜ ਤੁਹਾਨੂੰ ਕੋਈ ਗੱਲ ਨਹੀਂ ਪੁੱਛ ਸਕਦਾ, ਕਿਉਂ ਤੁਹਾਡਾ ਡਾਇਰੈਕਟ ਜਿਹੜਾ ਅਕਾਲ ਪੁਰਖ ਦੇ ਵਾਹਿਗੁਰੂ ਦੇ ਨਾਲ ਕੰਟੈਕਟ ਹੋ ਗਿਆ। ਉਹ ਤਾਂ ਹੀ ਹੁੰਦਾ ਜਦੋਂ ਅਸੀਂ ਗੁਰੂ ਵਾਲੇ ਬਣ ਜਾਂਦੇ ਹਾਂ, ਗੁਰੂ ਦੀ ਗੱਲ ਮੰਨਦੇ ਹਾਂ, ਗੁਰੂ ਦੇ ਦਿਸੇ ਹੋਏ ਕੰਮਾਂ ਦੇ ਉੱਤੇ ਅਸੀਂ ਚੱਲਦੇ ਹਾਂ, ਫਿਰ ਅਸੀਂ ਆਪਣਾ ਜੀਵਨ ਸਫਲ ਕਰ ਲੈਂਦੇ ਹਾਂ। ਤੇ ਫਿਰ ਉੱਥੇ ਕਿਹਾ ਜਾਂਦਾ ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਅਸੀਂ ਉਹਦੇ ਵਿੱਚ ਸਫਲ ਹੋ ਜਾਂਦੇ ਜਿਹੜੀ ਵਾਰੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਮਿਲੀ। ਵਰਨਾ ਇਹ ਲੇਖਾ ਜਿਹੜਾ ਸਾਨੂੰ ਦੇਣਾ ਹੀ ਪੈਂਦਾ, ਇਹ ਡਿਸਾਈਡ ਜਿਹੜਾ ਅਕਾਲ ਪੁਰਖ ਵਾਹਿਗੁਰੂ ਜਾਂ ਉਹਦੀ ਜਿਹੜੀ ਟੀਮ ਆ ਕਰਦੀ ਆ। ਜੋ ਕੁਛ ਵੀ ਇਸ ਐਪੀਸੋਡ ਦੇ ਵਿੱਚ ਬੋਲਿਆ ਗਿਆ ਉਹ ਇੱਕ ਵਿਚਾਰ ਹਨ, ਤੁਸੀਂ ਉਹਨਾਂ ਨਾਲ ਕਿੰਨੇ ਸਹਿਮਤ ਆ ਜਾਂ ਕਿੰਨੇ ਨਹੀਂ ਇਹ ਵਾਹਿਗੁਰੂ ਜਾਣੇ, ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਕਿ ਆਪਾਂ ਵੱਧ ਤੋਂ ਵੱਧ ਇਹਦਾ ਸੁਧਾਰ ਕਰਕੇ ਇਹਦੇ ਬਾਰੇ ਵਿਚਾਰ ਕੀਤੇ ਜਾਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।